ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਜੂਕੇਸ਼ਨ ਨੈਟਵਰਕ 'ਚ। ਅੱਜ ਅਸੀਂ ਹਿਸਟਰੀ ਦੇ ਕੁਝ ਇੰਪੋਰਟੈਂਟ ਪ੍ਰਸ਼ਨ ਕਰਾਂਗੇ ਜੋ ਕਿ ਪੰਜਾਬ ਲੈਵਲ ਦੇ ਐਗਜ਼ਾਮਸ ਨੇ, ਉਹਨਾਂ ਵਿੱਚ ਕਾਫੀ ਮਦਦਗਾਰ ਸਾਬਿਤ ਹੋਣਗੇ ਤੁਹਾਡੇ ਲਈ। ਤੇ ਅਸੀਂ ਅੱਜ ਦੀ ਵੀਡੀਓ ਜੋ ਹੈ ਉਹ ਸਟਾਰਟ ਕਰਦੇ ਹਾਂ। ਹਾਂਜੀ ਦੇਖੋ, ਰਿਗਵੇਦ ਵਿੱਚ ਪੰਜਾਬ ਲਈ ਕਿਹੜਾ ਸ਼ਬਦ ਪ੍ਰਯੋਗ ਕੀਤਾ ਗਿਆ? ਰਿਗਵੇਦ ਵਿੱਚ ਪੰਜਾਬ ਲਈ ਕਿਹੜਾ ਸ਼ਬਦ ਪ੍ਰਯੋਗ ਕੀਤਾ ਗਿਆ? ਉਹ ਹੈ ਸਪਤ ਸਿੰਧੂ। ਤੇ ਇਸ ਤਰ੍ਹਾਂ ਹੀ ਇਹਦੇ ਨਾਲ ਰਿਲੇਟ ਕਰਦੇ ਹੋਰ ਵੀ ਕੁਐਸਚਨਸ ਬਣ ਜਾਂਦੇ ਨੇ, ਜਿੱਦਾਂ ਕਿ ਅੰਗਰੇਜ਼ਾਂ ਨੇ ਪੰਜਾਬ ਲਈ ਕਿਹੜਾ ਸ਼ਬਦ ਵਰਤਿਆ, ਠੀਕ ਹੈ। ਤੇ ਵੇਦਾਂ ਵਿੱਚ ਕਹਿ ਸਕਦੇ ਹੋ ਜਾਂ ਰਿਗਵੇਦ ਤੇ ਚਲੋ ਸਪਤ ਸਿੰਧੂ ਆ ਗਿਆ। ਹੋਰ ਵੀ ਜਿੰਨੇ ਜਿਹੜੇ ਹੋਏ ਆ ਸਾਡੀ ਜਿਹੜਾ ਪ੍ਰਾਚੀਨ ਜਿਹੜਾ ਇਤਿਹਾਸ ਹੋਇਆ ਤੇ ਉਹਦੇ ਵਿੱਚ ਕਿਹੜੇ ਸਮੇਂ ਪੰਜਾਬ ਲਈ ਕਿਹੜੇ ਕਿਹੜੇ ਸ਼ਬਦ ਵਰਤੇ ਗਏ, ਠੀਕ ਹੈ। ਗ੍ਰੀਕਾਂ ਨੇ ਕਿਹੜਾ ਸ਼ਬਦ ਵਰਤਿਆ, ਬਹੁਤ ਸਾਰੇ ਕੁਐਸਚਨ ਇਹਦੇ ਨਾਲ ਰਿਲੇਟ ਕਰਦੇ ਬਣ ਜਾਂਦੇ ਨੇ ਤੇ ਤੁਸੀਂ ਉਹ ਤਿਆਰ ਕਰ ਲੈਣਾ। ਹੋ ਸਕਦਾ ਅੱਗੇ ਪ੍ਰਸ਼ਨ ਆ ਜਾਏ। ਅਗਲਾ ਪ੍ਰਸ਼ਨ ਦੇਖੋ, ਪੰਜਾਬ ਨੂੰ ਅੰਗਰੇਜ਼ੀ ਰਿਆਸਤ ਵਿੱਚ ਕਦੋਂ ਮਿਲਾ ਲਿਆ ਗਿਆ? ਪੰਜਾਬ ਨੂੰ ਅੰਗਰੇਜ਼ੀ ਰਿਆਸਤ ਵਿੱਚ ਕਦੋਂ ਮਿਲਾ ਲਿਆ ਗਿਆ? 1849 ਈਸਵੀ ਨੂੰ। ਇਹ ਤੇ ਡੇਟ ਤੁਹਾਨੂੰ ਯਾਦ ਕਰਨੀ ਪਏਗੀ। ਤੇ ਇਸ ਤਰ੍ਹਾਂ ਹੀ ਤੁਸੀਂ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੀ ਰਿਆਸਤ ਵਿੱਚ ਮਿਲਾਇਆ ਤਾਂ ਉਸ ਦੇ ਜਦੋਂ ਤੁਸੀਂ ਸਬਜੈਕਟਿਵ ਪੜ੍ਹੋਗੇ ਤੇ ਉਹਦੇ ਨਾਲ ਤੁਹਾਡੇ ਹੋਰ ਵੀ ਕੁਐਸਚਨਸ ਤਿਆਰ ਹੋ ਜਾਣਗੇ, ਠੀਕ ਹੈ। ਅਗਲਾ ਦੇਖੋ, ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਕਿਹੜੇ ਦਰੇ ਵਿੱਚੋਂ ਲੰਘ ਕੇ ਆਏ? ਕਿਹੜੇ ਦਰੇ ਵਿੱਚੋਂ ਲੰਘ ਕੇ ਆਏ ਸੀ? ਖੈਬਰ ਦਰਾ। ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ, ਠੀਕ ਹੈ, ਇਹਨੂੰ ਜ਼ਰੂਰ ਕਰ ਲੈਣਾ। ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਕਿਹੜੇ ਦਰੇ ਵਿੱਚੋਂ ਲੰਘ ਕੇ ਆਏ? ਖੈਬਰ ਦਰਾ। ਅਗਲਾ ਪ੍ਰਸ਼ਨ ਹੈ ਸਾਡਾ, ਭੂਗੋਲਿਕ ਤੌਰ 'ਤੇ ਪੰਜਾਬ ਨੂੰ ਕਿੰਨੇ ਖੰਡਾਂ ਵਿੱਚ ਵੰਡਿਆ ਗਿਆ ਹੈ? ਭੂਗੋਲਿਕ ਤੌਰ 'ਤੇ ਪੰਜਾਬ ਨੂੰ ਕਿੰਨੇ ਖੰਡਾਂ ਵਿੱਚ ਵੰਡਿਆ ਗਿਆ? 3 ਤਰ੍ਹਾਂ ਨਾਲ। ਪੰਜਾਬ ਲੈਵਲ ਦੇ ਐਗਜ਼ਾਮ ਵਿੱਚ ਦੇਖੋ, ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਨਾ, ਉਹਦੇ ਨਾਲ ਰਿਲੇਟ ਕਰਦੇ ਵੀ ਕੁਐਸਚਨ ਪੁੱਛੇ ਜਾਂਦੇ ਨੇ, ਕਿਉਂਕਿ ਉਹ ਸਿਲੇਬਸ 'ਚ ਐਡ ਹੈਗਾ। ਅਤੇ ਤੁਹਾਨੂੰ ਜਿਹੜਾ ਨੂੰ ਜੀਓਗ੍ਰਾਫੀ 'ਚ ਇੰਟਰਸਟ ਨਹੀਂ ਹੈ, ਉਹਨਾਂ ਬੱਚਿਆਂ ਨੂੰ ਵੀ ਪੰਜਾਬ ਨਾਲ ਜਿਹੜੀ ਪੰਜਾਬ ਦੀ ਜੀਓਗ੍ਰਾਫੀ ਉਹਦੇ ਥੋੜ੍ਹੇ ਕੁਐਸਚਨਸ ਤਿਆਰ ਕਰਨੇ ਜ਼ਰੂਰ ਪੈਣਗੇ। ਪੰਜਾਬ ਦਾ ਖੇਤਰਫਲ ਹੈ 50,362 ਵਰਗ ਕਿਲੋਮੀਟਰ, ਠੀਕ ਹੈ। ਤੇ ਅੱਗੇ ਹੈ, ਹੁਣ ਦੇ ਪੰਜਾਬ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਹੈ 2.5, ਠੀਕ ਹੈ। 2.5 ਗਿਣਤੀ ਹੈ ਤੇ ਉਹਨਾਂ ਦਰਿਆਵਾਂ ਦੇ ਤੁਸੀਂ ਨਾਂ ਜਿਹੜੇ ਹੈਗੇ ਆ 2.5, ਉਹਨਾਂ ਦੇ ਤੁਸੀਂ ਜਿਹੜੇ ਨਾਮ ਹੈ, ਠੀਕ ਹੈ, ਉਹਨਾਂ ਨੂੰ ਵੀ ਜ਼ਰੂਰ ਜੋ ਹੈ ਉਹ ਯਾਦ ਕਰ ਲੈਣਾ। ਮੈਂ ਤੁਹਾਨੂੰ ਹੁਣ ਦੱਸਦਾ ਕਿ ਜੇਕਰ ਕੁਐਸਚਨ ਪੁੱਛਿਆ ਜਾਵੇ ਕਿ ਹੁਣ ਦੇ ਪੰਜਾਬ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਕਿੰਨੀ ਹੈ, ਤੇ ਉਹ ਆਏਗਾ 2.5। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਦਰਿਆ ਅਜੋਕੇ ਪੰਜਾਬ ਵਿੱਚੋਂ ਨਹੀਂ ਲੰਘਦਾ? ਕਿਹੜਾ ਦਰਿਆ ਹੈ ਜਿਹੜਾ ਅਜੋਕੇ ਪੰਜਾਬ ਵਿੱਚੋਂ ਨਹੀਂ ਲੰਘਦਾ? ਉਹਨਾਂ ਨੇ 4 ਆਪਸ਼ਨਸ ਨੇ ਦਿੱਤੇ, ਜੇਹਲਮ, ਸਤਲੁਜ, ਰਾਵੀ ਜਾਂ ਬਿਆਸ। ਦੇਖੋ ਮੈਂ ਤੁਹਾਨੂੰ 4 ਆਪਸ਼ਨਸ ਦਿੱਤੇ ਹੈ, ਜੇਹਲਮ, ਸਤਲੁਜ, ਰਾਵੀ ਜਾਂ ਬਿਆਸ। ਜਦੋਂ ਸਾਨੂੰ MCQs ਦੀ ਤਰ੍ਹਾਂ ਕੋਈ ਵੀ ਪੁੱਛਿਆ ਜਾਂਦਾ MCQs ਤਾਂ ਸਾਨੂੰ ਜ਼ਰੂਰ ਕਨਫਿਊਜ਼ਨ ਹੁੰਦੀ ਹੈ। ਇਸ ਤਰ੍ਹਾਂ MCQs ਦੀ ਵੀ ਪ੍ਰੈਕਟਿਸ ਨਾਲ ਹੀ ਹੋਣੀ ਚਾਹੀਦੀ ਹੈ। ਤੇ ਆਨਸਰ ਸਹੀ ਹੈ ਜੇਹਲਮ, ਠੀਕ ਹੈ। ਅਗਲਾ ਦੇਖੋ, ਦਰਿਆ ਸਤਲੁਜ ਅਤੇ ਬਿਆਸ ਵਿਚਕਾਰ ਸਥਿਤ ਤਿਕੋਣੇ ਖੇਤਰ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਦਰਿਆ ਸਤਲੁਜ ਅਤੇ ਬਿਆਸ ਵਿਚਕਾਰ ਸਥਿਤ ਤਿਕੋਣੇ ਖੇਤਰ ਨੂੰ ਕਿਹਾ ਜਾਂਦਾ ਹੈ, ਕੀ ਕਿਹਾ ਜਾਂਦਾ ਹੈ? ਦੁਆਬ। ਅਗਲਾ ਵੀ ਪ੍ਰਸ਼ਨ ਐਸੀ ਪ੍ਰਸ਼ਨ ਨਾਲ ਰਿਲੇਟ ਕਰਨ ਵਾਲਾ ਹੀ, ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬ ਖੇਤਰ ਵਿੱਚ ਨਹੀਂ ਹੈ? ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬ ਖੇਤਰ ਵਿੱਚ ਨਹੀਂ ਹੈ? ਦੇਖੋ, ਤੇ ਜਿਹੜਾ 4 ਆਪਸ਼ਨਸ ਨੇ, ਲੁਧਿਆਣਾ, ਕਪੂਰਥਲਾ, ਜਲੰਧਰ ਤੇ ਹੁਸ਼ਿਆਰ। ਬਹੁਤ ਸੋਚ ਸਮਝ ਕੇ ਜਦੋਂ ਪੇਪਰ ਵਿੱਚ ਅਸੀਂ ਬੈਠੇ ਹੁੰਦੇ ਹਾਂ ਤਾਂ ਸਾਨੂੰ
ਟਿਕ ਕਰਨੇ ਪੈਂਦਾ ਆਨਸਰ। ਲੁਧਿਆਣਾ ਜੋ ਹੈ ਦੁਆਬ ਖੇਤਰ ਵਿੱਚ ਨਹੀਂ ਹੈ, ਬਾਕੀ ਇਹ ਤਿੰਨੋਂ ਹੀ ਦੁਆਬ ਖੇਤਰ ਵਿੱਚ ਹੀ ਆਉਂਦੇ ਨੇ। ਠੀਕ ਹੈ, ਯਾਦ ਰੱਖਣਾ। ਇਸੇ ਤਰ੍ਹਾਂ ਤੁਸੀਂ ਬਾਕੀਆਂ ਜਿਹੜੇ ਵੀ ਹੈ ਤੇ ਇਹਨਾਂ ਨੂੰ ਕੀ ਕਰਨਾ, ਇਹਨਾਂ ਦੇ ਨਾਲ ਰਿਲੇਟ ਕਰਦੇ ਕੁਐਸਚਨਸ ਪੜ੍ਹ ਲੈਣਾ। ਹੋਰ ਵੀ ਏਰੀਆ ਜਿਹੜੇ ਦੁਆਬ ਖੇਤਰ ਵਿੱਚ ਨਹੀਂ ਆਉਂਦੇ ਉਹਨਾਂ ਦੀ ਵੀ ਇੱਕ ਲਿਸਟ ਬਣਾ ਲੈਣੀ ਹੈ ਤੇ ਬਾਕੀਆਂ ਦੀ ਵੀ ਇੱਕ ਲਿਸਟ ਜ਼ਰੂਰ ਬਣਾ ਲੈਣੀ ਹੈ ਤਾਂ ਕਿ ਤੁਹਾਡੇ ਦਿਮਾਗ ਵਿੱਚ ਰਹੇਗਾ। ਅਗਲਾ ਪ੍ਰਸ਼ਨ ਹੈ, ਦੇਖੋ ਪੰਜਾਬ ਦਾ ਦੁਆਬ ਖੇਤਰ ਕਿਹੜੇ ਕਿਹੜੇ ਦਰਿਆਵਾਂ ਵਿਚਕਾਰ ਆਉਂਦਾ ਹੈ? ਬਿਆਸ ਤੇ ਸਤਲੁਜ ਵਿਚਕਾਰ। ਇੰਪੋਰਟੈਂਟ ਪ੍ਰਸ਼ਨ ਹੈ। ਪੰਜਾਬ ਦਾ ਕਿਹੜਾ ਸ਼ਹਿਰ ਕੱਪੜਾ ਉਦਯੋਗ ਲਈ ਜਾਣਿਆ ਜਾਂਦਾ ਹੈ? ਅੰਮ੍ਰਿਤਸਰ। ਠੀਕ ਹੈ, ਕੱਪੜਾ ਉਦਯੋਗ ਲਈ ਅੰਮ੍ਰਿਤਸਰ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਹੋਰ ਜਿਹੜੇ ਇੰਪੋਰਟੈਂਟ ਉਦਯੋਗ ਨੇ, ਠੀਕ ਹੈ, ਉਹਨਾਂ ਦੀ ਤੁਸੀਂ ਇੱਕ ਲਿਸਟ ਰੈਡੀ ਕਰ ਲੈਣੀ ਹੈ। ਬਹੁਤ ਸਾਰੇ ਉਦਯੋਗ ਨੇ, ਠੀਕ ਹੈ, ਤੇ ਉਹਨਾਂ ਦੇ ਲਈ ਜਿਹੜੇ ਇੰਪੋਰਟੈਂਟ ਸ਼ਹਿਰ ਨੇ ਤੇ ਉਹਨਾਂ ਦੀ ਨਾਮ ਤੁਸੀਂ ਅੱਗੇ ਨੋਟ ਕਰੋਗੇ ਤੇ ਉਹਨਾਂ ਬਾਰੇ ਲਿਖੋਗੇ। ਇਸ ਤਰ੍ਹਾਂ ਤੁਹਾਡੇ ਬਹੁਤ ਸਾਰੇ ਪ੍ਰਸ਼ਨ ਤਿਆਰ ਹੋ ਜਾਣਗੇ। ਇੱਕ ਹੋ ਗਿਆ ਅੰਮ੍ਰਿਤਸਰ ਕੱਪੜਾ ਉਦਯੋਗ ਲਈ ਪ੍ਰਸਿੱਧ ਹੈ। ਇਸ ਤਰ੍ਹਾਂ ਹੀ ਤੁਸੀਂ ਬਾਕੀ ਵੱਖ-ਵੱਖ ਸ਼ਹਿਰਾਂ ਦੇ ਨਾਮ ਜੋ ਹੈ ਉਹ ਨੋਟ ਕਰ ਲੈਣੇ ਆ ਕਿ ਉਹ ਕਿਸ ਉਦਯੋਗ ਲਈ ਪ੍ਰਸਿੱਧ ਹੈ ਤੇ ਬਹੁਤ ਸਾਰੇ ਕੁਐਸਚਨ ਸਾਡੇ ਰੈਡੀ। ਅਗਲਾ ਪ੍ਰਸ਼ਨ ਸਾਡਾ, ਅੱਪਰ ਬਾਰ ਦੁਆਬ ਨਹਿਰ ਕਿਸ ਦਰਿਆ ਵਿੱਚੋਂ ਕੱਢੀ ਗਈ ਹੈ? ਅੱਪਰ ਬਾਰ ਦੁਆਬ ਨਹਿਰ ਕਿਸ ਦਰਿਆ ਵਿੱਚੋਂ ਕੱਢੀ ਗਈ ਹੈ? ਉਹ ਦੁਆਬ ਹੈ ਉਹ ਜਿਹੜਾ ਹੈ ਦਰਿਆ ਰਾਵੀ ਵਿੱਚੋਂ। ਠੀਕ ਹੈ, ਅੱਪਰ ਬਾਰ ਦੁਆਬ ਨਹਿਰ ਕਿਸ ਦਰਿਆ ਵਿੱਚੋਂ ਕੱਢੀ ਗਈ ਹੈ? ਰਾਵੀ ਵਿੱਚੋਂ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਕੀ ਨਾਂ ਦਿੱਤਾ ਗਿਆ ਹੈ? ਪੰਜਾਬ ਦੇ ਮੱਧ ਦੇ ਮੈਦਾਨਾਂ ਵਿੱਚ ਜਿਹੜੀ ਮਿੱਟੀ ਪਾਈ ਜਾਂਦੀ ਹੈ ਉਹਨੂੰ ਕਿਹੜਾ ਨਾਮ ਦਿੱਤਾ ਗਿਆ? ਜਲੋੜ ਮਿੱਟੀ। ਇੱਥੇ ਧਿਆਨ ਦੇਣ ਯੋਗ ਜਿਹੜੀ ਗੱਲ ਹੈ ਉਹ ਜਿਹੜੀ ਜਲੋੜ ਮਿੱਟੀ ਹੈ ਬਹੁਤ ਹੀ ਕੀ ਹੈ, ਉਪਜਾਊ ਹੈ। ਠੀਕ ਹੈ, ਬਹੁਤ ਹੀ ਉਪਜਾਊ ਮਿੱਟੀ ਹੈ ਤੇ ਫਸਲਾਂ ਲਈ ਸਭ ਤੋਂ ਵੱਧ ਜਿਹੜੀ ਹੈ ਲਾਭਦਾਇਕ ਮਿੱਟੀ ਹੈ। ਜਲੋੜ ਮਿੱਟੀ ਬਹੁਤ ਹੀ ਉਪਜਾਊ ਹੈ ਤੇ ਲਾਭਦਾਇਕ ਹੈ ਫਸਲਾਂ ਲਈ। ਪੰਜਾਬ ਦੇ ਮੱਧ ਦੇ ਮੈਦਾਨਾਂ ਵਿੱਚ ਇਹ ਮਿੱਟੀ ਪਾਈ ਜਾਂਦੀ ਹੈ। ਅਗਲਾ ਹੈ, ਕਿਸ ਫਸਲ ਦੀ ਖੇਤੀ ਲਗਭਗ ਹਰ ਜ਼ਿਲ੍ਹੇ ਵਿੱਚ ਹੁੰਦੀ ਹੈ? ਉਹ ਤੇ ਤੁਹਾਨੂੰ ਜ਼ਿਆਦਾਤਰ ਕੈਂਡੀਡੇਟਸ ਨੂੰ ਪਤਾ ਹੀ ਹੁੰਦਾ ਜਾਂ ਪਤਾ ਹੀ ਹੋਵੇਗਾ, ਕਣਕ। ਅਗਲਾ ਪ੍ਰਸ਼ਨ, ਗ੍ਰੀਕਾਂ ਨੇ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਸੀ? ਮੈਂ ਤੁਹਾਨੂੰ ਸਭ ਤੋਂ ਪਹਿਲੇ ਰਿਗਵੇਦ ਪਹਿਲਾ ਪ੍ਰਸ਼ਨ ਕਰਵਾਇਆ ਕਿ ਰਿਗਵੇਦ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਇਸ ਤਰ੍ਹਾਂ ਹੀ ਦੇਖੋ ਗ੍ਰੀਕਾਂ ਨੇ ਵੀ ਪੰਜਾਬ ਨੂੰ ਨਾਮ ਦਿੱਤਾ ਪੈਂਟਾਪੋਟਾਮੀਅਮ। ਇਸ ਤਰ੍ਹਾਂ ਹੀ ਤੁਸੀਂ ਹੋਰ ਵੀ ਪੜ੍ਹ ਲੈਣਾ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪੰਜਾਬ ਦੇ ਕਿਹੜੇ ਜਿਹੜਾ ਇਤਿਹਾਸ ਹੋਇਆ, ਇਤਿਹਾਸ ਵਿੱਚ ਕਿਹੜੇ ਸਮਿਆਂ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਨਾਂ ਪਏ ਇਹਨਾਂ ਬਾਰੇ ਤੁਸੀਂ ਡਿਟੇਲ ਵਿੱਚ ਪੜ੍ਹ ਲੈਣਾ। ਸਬਜੈਕਟਿਵ ਜਿਹੜਾ ਹੈ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਂ ਫਿਰ ਕਹਿ ਰਹੀ ਹਾਂ, ਛੋਟੀਆਂ ਕਲਾਸਿਸ ਦੀ ਬੁੱਕਸ ਲੈ ਕੇ, ਠੀਕ ਹੈ, ਉਹਨਾਂ ਵਿੱਚੋਂ ਤੁਹਾਨੂੰ ਜਿੰਨੇ ਵੀ ਕੁਐਸਚਨਸ ਬਣੇ ਮਿਲਦੇ ਆ ਤੇ ਉਹਦੇ ਵਿੱਚੋਂ ਕਰਨਾ ਬਹੁਤ ਜ਼ਰੂਰੀ ਹੈ। ਚਾਹੇ ਤੁਹਾਨੂੰ ਦੂਸਰੀ ਹੋਰ ਵੀ ਬੁੱਕਸ ਮਿਲ ਜਾਂਦੀਆਂ ਤੇ ਉਹਨਾਂ ਵਿੱਚੋਂ ਵੀ ਤੁਸੀਂ ਸਬਜੈਕਟਿਵ ਜ਼ਰੂਰ ਕਰੋ। ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ? 22 ਜ਼ਿਲ੍ਹੇ। ਭਾਰਤ ਦਾ ਕੁੱਲ ਭੂਮੀ ਦਾ ਭਾਗ ਵਨਾਂ ਅਧੀਨ ਹੈ। ਭਾਰਤ ਦਾ ਕੁੱਲ ਭੂਮੀ ਦਾ ਭਾਗ ਵਨਾਂ ਅਧੀਨ ਕਿੰਨਾ? 23%। ਠੀਕ ਹੈ। ਅਗਲਾ ਪ੍ਰਸ਼ਨ ਦੇਖੋ, ਆਧੁਨਿਕ ਘੱਗਰ ਨਦੀ ਪ੍ਰਾਚੀਨ ਸਮੇਂ ਕਿਹੜੀ ਨਦੀ ਸੀ? ਠੀਕ ਹੈ, ਮਤਲਬ ਪ੍ਰਾਚੀਨ ਸਮੇਂ 'ਚ ਉਹਦਾ ਕੀ ਨਾਮ ਸੀ? ਉਹਦਾ ਨਾਮ ਸੀ ਸਰਸਵਤੀ। ਠੀਕ ਹੈ, ਸਰਸਵਤੀ। ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀਆਂ ਅੱਜ ਆਧੁਨਿਕ ਜਿਹੜੀਆਂ ਨਦੀਆਂ ਦੇ ਨਾਮ ਨੇ, ਠੀਕ ਹੈ, ਇਹ ਕੁਝ ਜਿਹੜੀ ਨਦੀਆਂ ਉਹਨਾਂ ਦੇ ਚੇਂਜ ਹੋ ਗਏ ਦੇ ਹੈ। ਇਸ ਤਰ੍ਹਾਂ ਜਿਹੜੀਆਂ ਆਧੁਨਿਕ ਨਦੀਆਂ ਤੁਸੀਂ ਉਹਨਾਂ ਦੀ ਪਹਿਲੇ ਇੱਕ ਲਿਸਟ ਰੈਡੀ ਕਰੋ। ਠੀਕ ਹੈ, ਤੇ ਉਹਨਾਂ ਦੇ ਤੁਸੀਂ ਅੱਗੇ ਪ੍ਰਾਚੀਨ ਨਾਮ ਵੀ ਲਿਖ ਸਕਦੇ ਹੋ। ਜਿਹੜਾ ਇਹ ਪ੍ਰਸ਼ਨ ਹੈਗਾ ਨਾ, ਇਸ ਤਰ੍ਹਾਂ ਦਾ ਪ੍ਰਸ਼ਨ ਪੰਜਾਬ ਲੈਵਲ ਦੇ ਐਗਜ਼ਾਮ ਵਿੱਚ ਜ਼ਰੂਰ ਪੁੱਛਿਆ ਜਾਂਦਾ ਹੈ ਅਤੇ ਬਹੁਤ ਇੰਪੋਰਟੈਂਟ ਹੈ। ਨਦੀਆਂ ਵਾਲੇ ਜਿਹੜੇ ਟੌਪਿਕ ਹੈਗਾ ਜਿਨ੍ਹਾਂ ਵਿੱਚ ਉਹਨਾਂ ਵਿੱਚ ਬਹੁਤ ਇੰਪੋਰਟੈਂਟ, ਠੀਕ ਹੈ, ਕਿ ਪ੍ਰਾਚੀਨ ਨਾਮ ਕੀ ਸੀ ਜਾਂ ਆਧੁਨਿਕ ਨਾਮ ਉਹਨਾਂ ਦਾ ਕੀ ਸੀ। ਆਪਸ਼ਨ ਦੇ ਕੇ ਪੁੱਛਿਆ ਜਾਂਦਾ ਤੇ ਕਨਫਿਊਜ਼ਨ ਹੋ ਜਾਂਦੀ ਹੈ। ਸਰਸਵਤੀ ਨਦੀ ਕਦੋਂ ਸੁੱਕ ਗਈ ਸੀ? 1900 ਈਸਵੀ ਪੂਰਵ ਵਿੱਚ। ਸਰਸਵਤੀ ਨਦੀ ਦੇ ਸੁੱਕ ਜਾਣ ਕਾਰਨ ਲੋਕਾਂ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ?
ਕਿੱਥੇ ਰਹਿਣਾ ਸ਼ੁਰੂ ਕੀਤਾ ਹੈ? ਗੰਗਾ ਨਦੀ ਮੈਦਾਨਾਂ ਵਿੱਚ। ਠੀਕ ਹੈ, ਕਿਉਂਕਿ ਜੀਵਨ ਨੂੰ ਜਿਉਣ ਲਈ ਜਿਹੜਾ ਸੀ ਪਾਣੀ ਜ਼ਰੂਰੀ ਸੀ, ਤੇ ਇਸ ਕਰਕੇ ਜਿਹੜਾ ਜਦੋਂ ਸਰਸਵਤੀ ਨਦੀ ਜਦੋਂ ਸੁੱਕ ਗਈ ਤੇ ਲੋਕਾਂ ਨੇ ਗੰਗਾ ਨਦੀ ਮੈਦਾਨਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਹ ਪੰਜਾਬ ਹਿਸਟਰੀ ਦੇ ਜਿਹੜੇ ਕੁਐਸਚਨ ਹੈ, ਠੀਕ ਹੈ, ਤੇ ਹਿਸਟਰੀ ਦਾ ਵੀ ਜਦੋਂ ਅਸੀਂ ਕੋਈ ਐਗਜ਼ਾਮ ਦੇਣਾ ਉਹਦੇ ਵਿੱਚ ਬਹੁਤ ਇੰਪੋਰਟੈਂਟ ਨੇ, ਤੇ ਇਹ ਤੇ ਬੇਸਿਕ ਕਹਿ ਲਓ, ਸਟਾਰਟਿੰਗ ਕਹਿ ਲਓ, ਉਹ ਟੌਪਿਕ ਦੇ ਪ੍ਰਸ਼ਨ ਨੇ ਤੇ ਸਭ ਨੂੰ ਆਉਣੇ ਜ਼ਰੂਰੀ ਹੈ। ਕੋਈ ਨਾ ਕੋਈ ਪ੍ਰਸ਼ਨ ਇਹਨਾਂ ਵਿੱਚੋਂ ਜ਼ਰੂਰ ਪੁੱਛਿਆ ਜਾਂਦਾ। ਅਗਲਾ ਦੇਖੋ ਪ੍ਰਸ਼ਨ, ਹੜੱਪਾ ਸੱਭਿਅਤਾ ਦੀ ਖੋਜ ਕਦੋਂ ਹੋਈ? ਠੀਕ ਹੈ, ਹੜੱਪਾ ਸੱਭਿਅਤਾ ਦੀ ਖੋਜ ਹੋਈ 1921 ਤੋਂ 22 ਵਿੱਚ। ਤੇ ਇਹਦੇ ਨਾਲ ਇੱਕ ਹੋਰ ਕੁਐਸਚਨ ਬਣ ਜਾਂਦਾ ਕਿ ਇਹ ਖੋਜ ਕਿੰਨੇ ਕੀਤੀ ਸੀ? ਤੇ ਤੁਸੀਂ ਇਹ ਮੈਨੂੰ ਕਮੈਂਟ ਵਿੱਚ ਜ਼ਰੂਰ ਇਹਦਾ ਆਨਸਰ ਦਿਓਗੇ, ਮੈਂ ਉਮੀਦ ਕਰਦੀ ਹਾਂ, ਜਿਹਨਾਂ ਕੈਂਡੀਡੇਟਸ ਜਿਹੜੇ ਤਿਆਰੀ ਕਰ ਰਹੇ ਨੇ। ਹੜੱਪਾ ਸੱਭਿਅਤਾ ਦੀ ਖੋਜ ਕਦੋਂ ਹੋਈ ਤੇ ਕਿੰਨੇ ਕੀਤੀ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਜ਼ਰੂਰ ਦਿਓਗੇ। ਆਈ ਹੋਪ। ਹੜੱਪਾ ਕਿੱਥੇ ਸਥਿਤ ਹੈ? ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਵਿੱਚ ਹੈ। ਪਾਕਿਸਤਾਨ ਦੇ ਮਿੰਟਗੁਮਰੀ ਜ਼ਿਲ੍ਹੇ ਵਿੱਚ ਹੈ। ਮੋਹਨਜੋਦੜੋ ਸਥਾਨ ਕਿੱਥੇ ਹੈ? ਸਿੰਧ ਦੇ ਲਰਕਾਨਾ ਜ਼ਿਲ੍ਹੇ ਵਿੱਚ। ਸਿੰਧ ਦੇ ਲਰਕਾਨਾ ਜ਼ਿਲ੍ਹੇ ਵਿੱਚ। ਅਗਲਾ ਪ੍ਰਸ਼ਨ ਹੈ, ਚਨੁਦੜੋ ਕਿੱਥੇ ਹੈ? ਕਿੱਥੇ ਹੈ? ਸਿੰਧ ਵਿੱਚ। ਜਗ੍ਹਾ ਦਾ ਨਾਮ ਹੈ ਕਿੱਥੇ ਹੈ? ਸਿੰਧ ਵਿੱਚ। ਕਾਲੀਬੰਗਾ ਕਿੱਥੇ ਸਥਿਤ ਹੈ? ਰਾਜਸਥਾਨ ਵਿੱਚ। ਠੀਕ ਹੈ, ਕਾਲੀਬੰਗਨ ਕਿੱਥੇ ਹੈ? ਰਾਜਸਥਾਨ ਵਿੱਚ। ਅਗਲਾ ਪ੍ਰਸ਼ਨ ਹੈ, ਰਾਖੀਗੜ੍ਹ, ਬਨਾਵਲੀ, ਮਿਤਾਵਲ, ਕੁਨਾਲ, ਸਿੰਧੂ ਘਾਟੀ ਦੇ ਸਥਾਨ ਕਿੱਥੇ ਹਨ? ਇਹ ਸਿੰਧੂ ਘਾਟੀ ਦੇ ਸਥਾਨ ਹੈ, ਸਾਰੇ ਤੁਸੀਂ ਨਾਮ ਯਾਦ ਕਰ ਸਕਦੇ ਹੋ ਸਾਰੇ ਦੇ ਸਾਰੇ। ਇਹ ਸਥਾਨ ਕਿੱਥੇ ਹੈਗਾ? ਹਰਿਆਣਾ ਵਿੱਚ। ਠੀਕ ਹੈ, ਇੰਪੋਰਟੈਂਟ ਪ੍ਰਸ਼ਨ ਹੈ। ਕਿੱਥੇ ਹੈਗਾ ਸਥਾਨ? ਹਰਿਆਣਾ 'ਚ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ ਕਿਹੜੇ ਸਥਾਨ ਹਨ? ਰੋਪੜ, ਰੂਪਨਗਰ ਕੋਲ ਕੋਟਲਾ, ਨਿਹੰਖਾਂ, ਸੰਗੋਲ, ਬਾੜਾ, ਰੋਹਿੜਾ, ਸੁਨੇਤ। ਠੀਕ ਹੈ, ਜਿਹੜਾ ਰੋਹਿੜਾ ਹੈ ਇਹ ਹੈਗਾ ਸੰਗਰੂਰ 'ਚ ਪੈਂਦਾ, ਤੇ ਜਿਹੜਾ ਸੰਗੋਲ ਤੇ ਸੁਨੇਤ ਹੈ ਲੁਧਿਆਣਾ ਵਿੱਚ। ਠੀਕ ਹੈ, ਚੀਜ਼ ਯਾਦ ਰੱਖਣੀ ਹੈ। ਅਗਲਾ ਪ੍ਰਸ਼ਨ ਦੇਖੋ, ਸੰਗੋਲ ਦੀ ਖੁਦਵਾਈ ਕਦੋਂ ਕਰਵਾਈ ਗਈ ਸੀ? 1968 ਵਿੱਚ। SS ਤਲਵਾੜ ਅਤੇ RS ਬਿਸਤ ਨੇ ਇਹਦੀ ਖੁਦਵਾਈ ਕਰਵਾਈ ਸੀ ਸੰਗੋਲ ਦੀ। ਇਸ ਤਰ੍ਹਾਂ ਹੀ ਤੁਸੀਂ ਜਿਹੜੇ ਹੜੱਪਾ ਸੱਭਿਅਤਾ ਦੇ ਬਾਕੀ ਸਥਾਨ ਹੈ ਇਹਨਾਂ ਦੇ ਬਾਰੇ ਤੁਸੀਂ ਕਰ ਸਕਦੇ ਹੋ ਕਿ ਜ਼ਰੂਰ ਕਰੋ ਇਹਨਾਂ ਸਥਾਨਾਂ ਦੀ ਖੁਦਵਾਈ ਕਿੰਨੇ ਤੇ ਕਦੋਂ ਕਰਵਾਈ। ਇਹਦੇ ਨਾਲ ਰਿਲੇਟਡ ਸਾਡੇ ਬਹੁਤ ਸਾਰੇ ਪ੍ਰਸ਼ਨ ਜਿਹੜੇ ਆ ਬਣ ਜਾਂਦੇ ਆ। ਠੀਕ ਹੈ, ਤੇ ਮੈਂ ਤੁਹਾਨੂੰ ਹਿੰਟ ਦੇ ਰਹੀ ਹਾਂ ਨਾਲ ਨਾਲ, ਕਿਉਂਕਿ ਇੰਨੇ ਸਾਰੇ ਕੁਐਸਚਨ ਇਹਦੇ ਟੌਪਿਕ 'ਚੋਂ ਬਣਦੇ ਆ ਤੇ ਸਾਰੇ ਮੈਂ ਜੇਕਰ ਕੁਐਸਚਨ ਕਰਵਾਵਾਂਗੀ ਤੁਸੀਂ ਕਨਫਿਊਜ਼ ਹੋ ਜਾਣਾ। ਜਿੰਨੀ ਦੇਰ ਤੱਕ ਸਬਜੈਕਟਿਵ ਨਹੀਂ ਪੜ੍ਹੋਗੇ ਉਨੀ ਦੇਰ ਤੱਕ ਤੁਹਾਨੂੰ ਕੁਝ ਵੀ ਪਤਾ ਨਹੀਂ ਚੱਲਣਾ, ਸਿਰਫ ਰੱਟਾ ਲਗਾਉਣਾ ਕੁਛ ਨਹੀਂ ਹੋਣਾ। ਅਗਲਾ ਪ੍ਰਸ਼ਨ ਹੈ, ਸੁਨੇਤ ਦੀ ਖੁਦਵਾਈ ਕਦੋਂ ਕਰਵਾਈ ਗਈ? ਕਦੋਂ ਕਰਵਾਈ ਗਈ ਸੀ? 1883 1884 'ਚ। ਕੋਟਲਾ ਨਿਹੰਗ ਖਾਂ ਦੀ ਖੁਦਵਾਈ ਕਦੋਂ ਕਰਵਾਈ ਗਈ ਸੀ? ਕਦੋਂ ਕਰਵਾਈ ਗਈ ਸੀ? 1953 'ਚ YD ਸ਼ਰਮਾ ਨੇ। ਠੀਕ ਹੈ, 1953 ਤੇ YD ਸ਼ਰਮਾ ਨੇ। ਅਗਲਾ ਹੈ, ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ ਕਿਹੜੇ ਸਥਾਨ ਤੋਂ ਡੂੰਘੀ ਖਾਈ ਮਿਲੀ ਹੈ? ਡੂੰਘੀ ਖਾਈ ਉਹ ਮਿਲੀ ਹੈ ਸੰਗੋਲ ਤੋਂ। ਤੇ ਜਿਹੜੀ ਡੂੰਘੀ ਖਾਈ ਹੈ ਨਾ, ਇਹ ਕਿਉਂ ਬਣਾਈ ਜਾਂਦੀ ਸੀ? ਜਿਹੜੇ ਦੁਸ਼ਮਣਾਂ ਤੋਂ ਬਚਣ ਲਈ, ਤੇ ਉਹਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ ਸੀ। ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਸੀ ਇਹ,
उस टाइम। अगला देखो, कोटला निहंखां दी खुदवाई तो मिले बर्तन अते औजार। ठीक है, अगे औजार किस सभ्यता नाल मिलते हैं? हड़प्पा सभ्यता नाल रिलेट करते हैं। कोटला निहंखां दी खुदवाई तो जोड़े बर्तन ते औजार मिले, ठीक है, हड़प्पा सभ्यता नाल रिलेट करते हैं। अगला देखो, हरियाणा में स्थित बनावली दी खुदवाई किसने करवाई सी? RS बिस्त ने। ठीक है, हरियाणा में स्थित बनावली की खुदवाई किसने करवाई? RS बिस्त ने 1973 ईस्वी। याद रखना। अगला प्रश्न, हड़प्पा सभ्यता के नगर किन्ने भागां विच वंडे होए हैं? हड़प्पा सभ्यता के जिहड़े नगर है 2 भागां विच वंडे हुए ने। ठीक है, याद रखना, 2 भागां विच वंडे दे हड़प्पा सभ्यता के नगर। तो हर नगरां दियां, हर नगर की कुछ ना कुछ विशेषतावां है, कुछ ना कुछ उन्हां दियां, ठीक है, कमियां भी होणगियां ते उन्हां बारे तुसीं जरूर पढ़ लैना। हड़प्पा सभ्यता दियां सड़कां एक दूजी नूं कटदियां हन समकोण ते। इंपोर्टेंट प्रश्न है। हड़प्पा सभ्यता दियां सड़कां एक दूजी नूं कटदियां हन समकोण ते। अगला है, हड़प्पा बंदरगाह कित्थे सी? लोथल, लोथल च गुजरात च, लोथल गुजरात च। अगला प्रश्न देखो, वड्डा खंबियां वाला भवन कित्थों मिलिया है? मोहनजोदड़ो चों। ठीक है, वड्डा खंबियां वाला भवन कित्थों मिलिया है? मोहनजोदड़ो। हड़प्पा की सब तो महत्वपूर्ण इमारत है? इशनान घर, जिहड़ा हड़प्पा दा इशनान घर है वो की है? बहुत ही महत्वपूर्ण इमारत है। बहुत ही वधिया तरीके नाल उहदा निर्माण किया गया सी, सोच समझ के। इहदे बारे तुसीं जरूर पढ़ना। इहदे नाल रिलेट करदा भी प्रश्न पूछा जा सकता है। अगला प्रश्न भी पिछले प्रश्न वांग उहदे नाल रिलेट करता होया, हड़प्पा तो मिले इशनान घर का आकार की है? ठीक है, हड़प्पा तो मिले इशनान घर का आकार की है? 39 लंबा, 23 चौड़ा, चौड़ाई है 23, तो जी 8 है की है, यदि गहराई है इन्ने फुट। ठीक है, अगे देखो, खेत्रफल पक्षों सब तो वड्डी प्राचीन सभ्यता हड़प्पा की सभ्यता है। ਇਹਦਾ ਤੁਸੀਂ इशनान ਜਿਹੜਾ ਘਰ, इशनान घर मिलिया हड़प्पा ਦਾ, ਇਹਦੀ ਤੁਸੀਂ ਜਿਹੜਾ ਆਕਾਰ ਹੈ ਜ਼ਰੂਰ याद कर लेना। 39, 23 ਤੇ 8 ਫੁੱਟ ਇਹਦਾ ਜਿਹੜਾ ਆਕਾਰ ਹੈ। 39 ਲੰਬਾਈ, 23 ਚੌੜਾਈ ਤੇ 8 ਫੁੱਟ 8 ਇਹਦੀ ਡੈਪਥ ਹੈਗੀ, ਇਹਦੀ ਜਿਹੜੀ ਹੈ ਗਹਿਰਾਈ ਹੈਗੀ। अगला है, हड़प्पा सभ्यता मिस्र दी सभ्यता तो किन्नी वड्डी सी? किन्नी वड्डी सी? लगभग 20 गुना। मिस्र दी सभ्यता जिहड़ी है हड़प्पा दी सभ्यता, हड़प्पा दी सभ्यता ना जिहड़ी 20 गुना वड्डी है मिस्र दी सभ्यता तो। मिस्र की सभ्यता बारे तुसीं थोड़ा जिहा जरूर पढ़ लेना, ज़्यादा नहीं, क्योंकि ज़्यादातर हड़प्पा सभ्यता नाल रिलेट करते प्रश्न ही पूछे जा सकते हैं, पूछे जाते भी ने उहदे नाल रिलेट करते। तो जिस तरह मिस्र की सभ्यता है, ये बारे भी बहुत सारे प्रश्न बन जाते हैं कि यह सभ्यता कित्थे विकसित हुई, कदों विकसित हुई, ठीक है, की विशेषतावां ने, इहदे बारे जरूर पढ़ लेना। अगला प्रश्न देखो, अगला प्रश्न है, संसार दीयां मुढ़लियां सभ्यतावां कित्थे विकसित होईयां? नदियां दे कंढियां ते। क्यों? क्योंकि जिहड़ा पानी है ਇਹਦੀ तो जरूरत मनुख नूं हर समय ही है। ठीक है, इस करके नदियां ते कंढियां ते विकसित हुई, क्योंकि उन्हां दियां पानी दियां जिहड़ियां सारियां जरूरतां पूरियां लोकां दियां हो जांदियां सी। मिस्र सभ्यता किस नदी घाटी कोल विकसित हुई? देखो आ गया मिस्र नाल रिलेट, नील नदी। ठीक है, नील नदी। अगला देखो, मैसोपोटामिया सभ्यता दा केंद्र केड़ियां नदियां दी घाटी सी? केड़ी नदियां दी घाटी सी मैसोपोटामिया दी सभ्यता दा केंद्र? दज्जला ते फरात, दज्जला ते फरात।
अगला प्रश्न है सिंधु घाटी की सभ्यता डैश की घाटी सी सिंध नदी। ठीक है, सिंध नदी की घाटी नाल रिलेट करती है। नैक्सट है चीन की सभ्यता किहड़ी नदियां दुआले फैली सी। चीन की जिहड़ी सभ्यता इहदे बारे वैसे घट प्रश्न पूछा जाता पर फिर भी पता होना चाहिए। हवांग हो अते यंगसी कियांग नदियां घाटी चीन की जिहड़ी सभ्यता है किहड़ी नदियां दुआले विकसित हुई, इन्हां नदियां दे दुआले फैली है या विकसित हुई। अगला प्रश्न है मनुख किस युग विच एक शिकारी खाद संग्राहक सी। ठीक है, शिकारी खाद संग्राहक सी कदों सी प्राचीन पत्थर युग विच। ठीक है, खाद शिकारी ते नाले खाद संग्राहक सी। अगला प्रश्न है भीम बैठका उदाहरण हन कादियां उदाहरण है गुफा चित्रकारी दियां। ठीक है, याद रखना गुफा चित्रकारी नाल रिलेट करता है। तुहानूं किसी भी तरह क्वेश्चन मोल्ड करके पूछा जा सकता कि भीम बैठका की हन या कादियां उदाहरण है या कादे नाल रिलेट करदियां, इस करके क्या आएगा गुफा चित्रकारी दी। ठीक है, उदाहरण है। प्राचीन काल विच भूमि वेचण अते खरीदण ਲਈ किस दी वरतों हुंदी सी। किहदी वरतों हुंदी सी तामर पत्तरां दी। ठीक है, तामर पत्तरां दी जिहड़ी वरतों है वो हुंदी सी भूमि चाहे खरीदनी है चाहे वेचनी है। अगला है पुरातन पत्थर युग नूं अंग्रेजी विच की कहंदे हन। पुरातन पत्थर युग नूं की कहंदे है पैलियोलिथिक पीरीयड। पैलियोलिथिक पीरीयड। अगला प्रश्न देखो मनुख की धरती पर होंद कितना समा पहला होई कदों हुई सी लगभग 40 साल 40 लाख साल पहले। ठीक है, लगभग 40 लाख साल पहले जिहड़ी मनुख की होंद धरती पर होई। पैलियोलिथिक शब्द का की अर्थ है पुराना पत्थर। पैलियोलिथिक शब्द का की अर्थ है, एदा अर्थ है पुराना पत्थर। ठीक है, तो अगला प्रश्न भी इहदे नाल रिलेट करता है कि जिहड़ा शब्द है पैलियोलिथिक किस भाषा का शब्द है। ठीक है, तुहानूं पूछा जा सकता कि जिहड़े शब्द है किहड़ी भाषा के शब्द है यूनानी भाषा का शब्द। ठीक है, किहड़ी भाषा का यूनानी भाषा का शब्द। पुरातन पत्थर युग विच अगला प्रश्न है पुरातन पत्थर युग विच मनुख किस तरह का सी। किस तरह का सी शिकारी ते खाद संग्रहक। ठीक है, शिकार करता सी ते जिहड़ियां खाण वालियां अपनियां चीज़ां अपनी जरूरत दियां खाण वालियां उन्हां दा संग्रह कर लैंदा सी। ठीक है, ते उदों जिहड़ा है कच्चा मांस ज़्यादा खांदा सी। ठीक है, शिकार करदा ते कच्चा मांस खांदा सी। ते असीं इत्थे याद रखना है बहुत सारियां गल्लां कि जिहड़ा पैलियोलिथिक शब्द है यूनानी भाषा का है, एदा मतलब की है पुराना पत्थर। ठीक है, तो पुरातन पत्थर युग विच जिहड़ा मनुख सी ओह किद्दां दा सी शिकारी ते खाद संग्रहक। अगला प्रश्न है पुरातन पत्थर युग तो बाद किहड़ा समा शुरू हुंदा है। किहड़ा समा शुरू हुंदा कदों पुरातन पत्थर युग तो बाद। मैसोलिथिक पीरीयड मतलब मध्य पत्थर युग मैसोलिथिक पीरीयड। ठीक है, अग की खोज किस युग विच हुई वो भी है किहड़े पीरीयड विच हुई मध्य पत्थर काल विच। ठीक है, मध्य पत्थर काल विच हुई। मैथोलिथिक पीरीयड विच अग की जिहड़ी है खोज हुई। ठीक है, अगला प्रश्न है कि मध्य किस युग विच इंसान लकड़ी ते हड्डियां हथियार लकड़ी अते हड्डियां की वरतों हथियारां लई करन लगा। कादी वरतों लकड़ी ते हड्डियां की वरतों हथियारां लई कदों कीती सी उन्हें किहड़े युग विच मध्य पत्थर युग विच। अगला प्रश्न है देखो पहिए की खोज कदों हुई मैसोलिथिक पीरीयड विच। कदों हुई मैसोलिथिक पीरीयड विच। मनुख ने खेती किस युग विच शुरू की नव पत्थर युग विच। ठीक है, नव पत्थर युग विच जिहड़ी मनुख ने खेती करना शुरू कर दिता सी। भारत विच चावल की खेती
ਭਾਰਤ ਵਿੱਚ ਚਾਵਲ ਦੀ ਖੇਤੀ ਕਦੋਂ ਸ਼ੁਰੂ ਹੋਈ ਸੀ? ਕਦੋਂ ਸ਼ੁਰੂ ਹੋਈ ਸੀ? ਲਗਭਗ 5000 ਈਸਵੀ ਪੂਰਵ ਵਿੱਚ ਜਿਹੜੀ ਚਾਵਲ ਦੀ ਖੇਤੀ ਸ਼ੁਰੂ ਹੋ ਗਈ ਸੀ। ਠੀਕ ਹੈ। ਅਗਲਾ ਪ੍ਰਸ਼ਨ ਦੇਖੋ, ਭੀਮ ਬੈਠਕਾਂ ਕਿੱਥੇ ਹਨ? ਮੱਧ ਪ੍ਰਦੇਸ਼ ਵਿੱਚ। ਕਿੱਥੇ ਹੈ? ਮੱਧ ਪ੍ਰਦੇਸ਼ 'ਚ ਭੀਮ ਬੈਠਕਾਂ। ਪਰ ਭੀਮ ਬੈਠਕਾਂ ਕੀ ਸੀ? ਹੁਣੇ ਮੈਂ ਤੁਹਾਨੂੰ ਪਿੱਛੇ ਦੱਸਿਆ ਕਾਹਦੀਆਂ ਉਦਾਹਰਨ ਹੈ, ਗੁਫਾ ਚਿੱਤਰਕਾਰੀ ਦੀਆਂ। ਠੀਕ ਹੈ। ਆਦਿ ਮਾਨਵ ਦਾ ਜੀਵਨ ਕਿਸ ਤਰ੍ਹਾਂ ਦਾ ਸੀ? ਜਾਨਵਰਾਂ ਵਰਗਾ। ਸਭ ਨੂੰ ਪਤਾ ਹੀ ਹੋਵੇਗਾ। ਉਹਨੂੰ ਖਾਣ ਦਾ ਨਹੀਂ ਪਤਾ, ਸਰੀਰ ਢੱਕਣ ਦਾ ਨਹੀਂ ਸੀ ਪਤਾ, ਉਹਨਾਂ ਨੂੰ ਆਪਣੇ ਰਿਸ਼ਤਿਆਂ ਦਾ ਨਹੀਂ ਸੀ ਪਤਾ, ਤੇ ਉਹਨਾਂ ਦਾ ਜੀਵਨ ਸੀ ਜਾਨਵਰਾਂ ਵਰਗਾ। ਸਿੰਧ ਘਾਟੀ ਦਾ ਪਤਨ ਨਗਰ ਸੀ ਲੋਥਲ। ਸਿੰਧ ਘਾਟੀ ਦਾ ਪਤਨ ਨਗਰ ਸੀ ਲੋਥਲ। ਅਗਲਾ ਪ੍ਰਸ਼ਨ, ਕਿਹੜੀ ਧਾਤੂ ਦਾ ਗਿਆਨ ਹੜੱਪਾ ਵਾਸੀਆਂ ਨੂੰ ਨਹੀਂ ਸੀ? ਉਹ ਹੈ ਲੋਹਾ। ਠੀਕ ਹੈ। ਲੋਹੇ ਦਾ ਗਿਆਨ ਹੜੱਪਾ ਵਾਸੀਆਂ ਨੂੰ ਜਿਹੜਾ ਨਹੀਂ ਸੀ। ਠੀਕ ਹੈ। ਬੁੱਧਵਾਦ ਦਾ ਪ੍ਰਚਾਰ ਕਿਸ ਭਾਸ਼ਾ ਵਿੱਚ ਜ਼ਿਆਦਾ ਹੋਇਆ? ਬੁੱਧ ਜਿਹੜਾ ਵਾਦ ਸੀ ਨਾ, ਬੁੱਧ ਧਰਮ ਨਾਲ ਰਿਲੇਟ ਕਰਦਾ ਬੁੱਧਵਾਦ, ਉਹਦਾ ਪ੍ਰਚਾਰ ਕਿਸ ਭਾਸ਼ਾ ਵਿੱਚ ਜਿਹੜਾ ਜ਼ਿਆਦਾ ਹੋਇਆ? ਉਹ ਹੈ ਪਾਲੀ ਭਾਸ਼ਾ। ਕਿਹੜੀ ਭਾਸ਼ਾ? ਪਾਲੀ ਭਾਸ਼ਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਦੇ ਲਈ। ਜੇਕਰ ਪਸੰਦ ਆਈ ਹੋਵੇ ਤਾਂ ਤੁਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ। ਲਾਈਕ ਕਰੋ, ਕਮੈਂਟ ਕਰੋ, ਤੇ ਨਿਊ ਵਿਊਅਰ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਲੇਟੈਸਟ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਤੇ ਕੋਈ ਕਨਫਿਊਜ਼ਨ ਹੋਏ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਕਰ ਸਕਦੇ ਹੋ। ਤੁਹਾਡੀ ਕਨਫਿਊਜ਼ਨ ਨੂੰ ਜ਼ਰੂਰ ਦੂਰ ਕੀਤਾ ਜਾਵੇਗਾ। ਤੇ ਜਿਹੜੇ ਟੌਪਿਕ ਦੀ ਨੀਡ ਹੋਵੇ ਤੁਸੀਂ ਉਹਦੇ ਬਾਰੇ ਵੀ ਕਮੈਂਟ ਵਿੱਚ ਜ਼ਰੂਰ ਦੱਸ ਸਕਦੇ ਹੋ। ਧੰਨਵਾਦ।